ਜਦੋਂ ਮਹਾਰਾਜ ਜੀਆਂ ਨੇ ਡੋਲੀ ਤੋਰਨ ਲੱਗੇ ਨਾ, ਆਪਣੀ ਧੀ ਨੂੰ ਡੋਲੀ 'ਚ ਬਿਠਾਉਣ ਲੱਗੇ, ਧੀ ਤੇ ਦਮਾਦ ਨੂੰ ਆਸ਼ੀਰਵਾਦ ਦੇਣ ਲੱਗਿਆਂ ਪਾਤਸ਼ਾਹ ਨੇ ਇੱਕ ਬਚਨ ਕਹਿ, ਧੀਏ ਹਰ ਪਿਓ ਆਪਣੀ ਧੀ ਨੂੰ ਦਾਜ ਦਿੰਦਾ, ਪਰ ਪਦਾਰਥਾਂ ਦਾ ਦਾਜ 5-10 ਸਾਲ ਚੱਲਦਾ, ਪੁਰਾਣਾ ਪੈ ਜਾਂਦਾ, ਟੁੱਟ ਜਾਂਦਾ। ਇੱਕ ਦਾਜ ਮੈਂ ਤੈਨੂੰ ਦੇਣਾ, ਜਾਂ ਇਹ ਸਾਂਭ ਕੇ ਰੱਖੀ, ਤੇਰਾ ਲੋਕ ਦਾ ਘਰ ਵੀ ਸੁਖੀ, ਅੱਗੇ ਪਰਲੋਕ ਦੀ ਜ਼ਿੰਮੇਵਾਰੀ ਵੀ ਕਰੂਗੀ। ਕਹਿੰਦੇ ਪਿਤਾ ਜੀ ਹੁਕਮ ਕਰੋ। ਪਾਤਸ਼ਾਹ ਨੇ ਫਿਰ ਪਿਆਰ ਨਾਲ ਕਿਹਾ, ਕਹਿੰਦੇ ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ, ਜਿਸ ਤੇ ਵੈਸ ਬਿਤੈ ਸੁਖਕਾਰੀ। ਕਹਿੰਦੇ ਤੂੰ ਪ੍ਰਾਣਾ ਤੋਂ ਪਿਆਰੀ ਧੀ ਹੈ, ਪੁੱਤ ਸੁਣ ਧਿਆਨ ਨਾਲ। ਇਹ ਤਾਂ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਪਿਓ ਨੂੰ ਧੀ ਸੱਚਮੁੱਚ ਪ੍ਰਾਣਾ ਤੋਂ ਪਿਆਰੀ ਹੈ। ਮੈਂ ਕਈ ਵਾਰ ਦਰਬਾਰ ਸਾਹਿਬ ਤੋਂ ਵੀ ਕਿਹਾ, ਸੱਜਣੋ, ਇੱਕ ਪਿਓ ਆਪਣੇ ਪੁੱਤ ਦੇ ਤਾਂ ਥੱਪੜ ਮਾਰ ਸਕਦਾ, ਪਰ ਕਿਸੇ ਪਿਓ ਦੇ ਹੱਥ ਵਿੱਚ ਤਾਕਤ ਨਹੀਂ ਧੀ ਉੱਤੇ ਹੱਥ ਚੁੱਕ ਲੈ। ਕਿਸੇ ਪਿਓ ਦੇ ਹੱਥ ਵਿੱਚ ਤਾਕਤ ਨਹੀਂ, ਕਿਉਂਕਿ ਬਹੁਤ ਰਿਸ਼ਤਾ ਇਸ ਤਰ੍ਹਾਂ ਦਾ ਰੱਬ ਨੇ ਬਣਾਇਆ, ਪੁੱਤਾਂ ਨਾਲੋਂ ਵੱਧ ਪਿਓ ਧੀ ਨੂੰ ਪਿਆਰ ਕਰਦਾ, ਪੁੱਤਾਂ ਨਾਲੋਂ ਵੱਧ ਧੀਆਂ ਨਾਲ ਪਿਆਰ ਹੁੰਦਾ। ਸੁਣ ਪੁੱਤਰੀ ਪ੍ਰਾਨਨ ਤੇ ਪਿਆਰੀ, ਛੇਵੇਂ ਪਾਤਸ਼ਾਹ ਬੋਲੇ, ਕਹਿੰਦੇ ਤੂੰ ਪ੍ਰਾਣਾਂ ਤੋਂ ਪਿਆਰੀ ਆ। ਪੁੱਤ ਸੁਣ, ਜਿਸ ਤੇ ਵੈਸ ਬਿਤੈ ਸੁਖਕਾਰੀ, ਤੇਰੀ ਉਮਰ ਸੁੱਖਾਂ ਨਾਲ ਲੰਘੇਗੀ, ਤੇਰਾ ਘਰ ਸੁਖੀ ਵਸੇਗਾ, ਤੇਰਾ ਲੋਕ ਪਰਲੋਕ ਸੁਖੀ ਹੋਏਗਾ। ਪਿਤਾ ਜੀ ਹੁਕਮ ਕਰੋ। ਤਾਂ ਪਾਤਸ਼ਾਹ ਬੋਲੇ, ਕਹਿੰਦੇ ਆ ਦਾਜ ਸਾਂਭ ਕੇ ਰੱਖਣਾ, ਕਦੇ ਭੁੱਲਣਾ ਨਹੀਂ। ਸਹੁਰੇ ਘਰ ਚੱਲੀ ਐ, ਇਹ ਯਾਦ ਰੱਖਣਾ ਪੁੱਤ ਕਿ ਅੰਮ੍ਰਿਤ ਉੱਠ ਕਰ ਮੱਜਨ ਕਰਿਓ, ਗੁਰਬਾਣੀ ਤਬ ਮੁਖ ਤੇ ਰਰਿਓ। ਕਹਿੰਦੇ ਪੁੱਤ ਅੰਮ੍ਰਿਤ ਵੇਲੇ ਉੱਠਣਾ, ਉੱਥੇ ਜਾ ਕੇ ਉਸ ਘਰ ਵਿੱਚ ਜਾਣਾ। ਸਭ ਤੋਂ ਪਹਿਲਾਂ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਗੁਰੂ ਨਾਨਕ ਦੀ ਬਾਣੀ ਪੜ੍ਹਨੀ ਹੈ। ਜਿਹਦੇ ਘਰ ਵਿੱਚ ਬਾਣੀ ਪੜ੍ਹੀ ਜਾਂਦੀ ਹੈ, ਉਹਦੇ ਘਰ ਦੇ ਅੰਦਰ ਜ਼ਿੰਮੇਵਾਰੀ ਗੁਰੂ ਦੀ ਹੋ ਜਾਂਦੀ ਹੈ। ਕਹਿੰਦੇ ਪੁੱਤ ਅੰਮ੍ਰਿਤ ਉੱਠ ਕਰ ਮੱਜਨ ਕਰਿਓ, ਗੁਰਬਾਣੀ ਤਾਂ ਮੁਖ ਤੇ ਰਰਿਓ। ਪਹਿਲਾਂ ਗੁਰਬਾਣੀ ਪੜ੍ਹਨੀ ਹੈ, ਅੰਮ੍ਰਿਤ ਵੇਲੇ ਉੱਠਣਾ ਹੈ। ਸਾਧ ਸੰਗਤ, ਜਿਹੜੇ ਘਰ ਵਿੱਚ ਬੀਬੀਆਂ ਬੰਦਿਆਂ ਤੋਂ ਪਹਿਲਾਂ ਉੱਠਦੀਆਂ ਨੇ ਅੰਮ੍ਰਿਤ ਵੇਲੇ, ਉਸ ਘਰ ਵਿੱਚ ਬਰਕਤ ਰਹਿੰਦੀ ਹੈ। ਜਿੱਥੇ ਦਲਿੱਦਰ ਪਿਆ ਰਵੇ, ਬੀਬੀਆਂ 9-10 ਵਜੇ ਉੱਠਣ, ਉਹ ਘਰ ਦੇ ਹਾਲਾਤ ਮੈਂ ਨਹੀਂ ਕਹਿ ਸਕਦਾ ਕੋਈ। ਅਸਲ ਵਿੱਚ ਹੁਣ ਤੁਹਾਡੇ ਕਈ ਵੱਡੀਆਂ ਉਮਰਾਂ ਦੀਆਂ ਬੀਬੀਆਂ ਬੈਠੀਆਂ, ਸੱਸਾਂ ਸਮਝਦੇ ਹੋ, ਜਿਨ੍ਹਾਂ ਨੂੰ ਸੱਸ ਦਾ ਉਹਦਾ ਮਿਲ ਗਿਆ, ਨੌਹਾਂ ਆ ਗਈਆਂ ਨੇ, ਜਾਂ ਜਿਨ੍ਹਾਂ ਦੇ ਨੌਹਾਂ ਆਉਣੀਆਂ, ਉਹ ਸੁਣ ਲਿਓ ਧਿਆਨ ਨਾਲ। ਅਸਲ ਵਿੱਚ ਸਾਧ ਸੰਗਤ, ਪਹਿਲਾਂ ਅਸੀਂ ਵਿਗਾੜਦੇ ਹਾਂ ਬੱਚਿਆਂ ਨੂੰ, ਆਦਤ ਖੁਦ ਵਿਗਾੜੀ ਜਾਂਦੀ। ਉਹ ਆਦਤ ਇਸ ਤਰ੍ਹਾਂ ਵੀ ਜਦੋਂ ਨੌ ਬੱਚੀ ਅਜੇ ਵਿਆਹੀ ਆਈ ਨੌ, ਤੇ ਪਹਿਲਾਂ ਜਿਹੜੀ ਸੱਸ ਆ ਨਾ, ਉਹ ਮੰਮੀ ਵੀ ਚੰਗਾ ਬਣਨਾ ਚਾਹੁੰਦੀ, ਵੀ ਮੈਨੂੰ ਚੰਗੇ ਕਹਿਣ ਸਾਰੇ। ਉਹ ਫਿਰ ਚੰਗਾ ਬਣ ਕੇ ਦੱਸਣਾ ਚਾਹੁੰਦੀ, ਨਾ ਪੁੱਤ ਤੂੰ ਨਾ ਉੱਠਿਆ ਕਰ, ਲੈ ਤੁਸੀਂ ਅਜੇ ਪਏ ਹੋ, ਤੁਸੀਂ ਸਾਜਰੇ ਉੱਠ ਕੇ ਕੀ ਲੈਣਾ, ਨਾਸ਼ਤਾ ਚਾਹ ਆਪੇ ਬਣਾ ਕੇ ਦਿੰਦੀ ਹੈ। ਉਹ ਵੀ ਮੰਮੀ ਜੀ ਕਰਦੀ, ਥੋੜੇ ਮਹੀਨਿਆਂ ਬਾਅਦ ਮੰਮੀ ਤੋਂ ਬੁੜੀ ਤੇ ਆ ਜਾਂਦੀ ਹੈ। ਫਿਰ ਗਲਤੀ ਕਿਹਦੀ ਹੈ? ਪਹਿਲੇ ਦਿਨ ਤੋਂ ਲਾਈਫ ਫੋਕਾ ਵਿਖਾਵਾ ਨਾ ਕਰੋ। ਪਹਿਲੇ ਦਿਨ ਤੋਂ ਸਮਝਾ ਦਿਓ, ਪੁੱਤਰ ਆਹ ਕਿਚਨ ਰਸੋਈ ਹੈ, ਸਾਡੇ ਘਰ ਵਿੱਚ ਇੰਨੇ ਵਜੇ ਚਾਹ ਬਣਦੀ ਹੈ, ਇੰਨੇ ਵਜੇ ਭੋਜਨ ਪ੍ਰਸ਼ਾਦਾ ਬਣਨਾ ਚਾਹੀਦਾ। ਇਹ ਪਹਿਲੇ ਤਰੀਕੇ ਨਾਲ ਸਾਧ ਸੰਗਤ, ਪਹਿਲਾਂ ਫਿਰ ਮੰਮੀ ਜੀ ਨਹੀਂ ਖਵਾਉਣਾ ਹੁੰਦਾ, ਉਹਦੇ 'ਚ ਚਾਹ ਚੜਿਆ ਰਹਿੰਦਾ। ਇਸ ਲਈ ਬਾਅਦ ਵਿੱਚ ਫਿਰ ਸਭ ਤੋਂ ਜ਼ਿਆਦਾ ਗ੍ਰਸਤੀ ਵਿੱਚ ਉਲੰਭਾ ਇੱਕੋ ਚੀਜ਼ ਦਾ। ਜਦੋਂ ਉਲੰਭਾ ਹੁੰਦਾ ਉਦੋਂ ਇੱਕੋ ਗੱਲ ਕਹਿੰਦੇ, ਪੁੱਛੋ ਜੀ ਆਪਣੀ ਲੜਕੀ ਨੂੰ, ਇਹਨੇ ਕਦੇ ਚਾਹ ਬਣਾ ਕੇ ਦਿੱਤੀ ਸਾਨੂੰ ਸਵੇਰੇ? ਪੁੱਛੋ ਜੀ ਇਹਨੇ ਕਦੇ ਨਾਸ਼ਤਾ ਬਣਾ ਕੇ ਦਿੱਤਾ ਹੋਵੇ ਸਵੇਰੇ? ਅਸੀਂ ਆਦਤਾਂ ਖੁਦ ਵਿਗਾੜੀ, ਉਸ ਘਰ ਵਿੱਚ ਫਿਰ ਇਹ ਚੀਜ਼ ਰਹਿੰਦੀ ਹੈ। ਬਾਕੀ ਥੋੜਾ ਬਹੁਤਾ ਸਭ ਕੁਝ ਚੱਲਦਾ ਰਹਿੰਦਾ, ਪਰ ਪਾਤਸ਼ਾਹ ਨੇ ਬਚਨ ਕਹਿ, ਧੀਏ ਘਰ ਸੁਖੀ ਵਸੇਗਾ। ਕੀ ਕਰ? ਅੰਮ੍ਰਿਤ ਉੱਠ ਕਰ ਮੱਜਨ ਕਰਿਓ। ਪੁੱਤ ਉੱਠ ਕੇ ਇਸ਼ਨਾਨ ਕਰਨਾ ਪਹਿਲਾਂ, ਫਿਰ ਜਪਜੀ ਸਾਹਿਬ ਪੜ੍ਹਨਾ, ਫਿਰ ਆਪਣੇ ਘਰ ਦੀ ਰਸੋਈ ਸ਼ੁਰੂ ਕਰਨੀ ਹੈ। ਹੁਣ ਤੁਸੀਂ ਵੇਖੋ ਕਲਯੁਗੀ ਘਰਾਂ ਵਿੱਚ ਕੀ ਹੁੰਦਾ, ਦੇਰ ਨਾਲ ਉੱਠਣਗੇ, ਬਿਨਾਂ ਇਸ਼ਨਾਨ ਕੀਤਿਆਂ ਮੂੰਹ ਧੋਤਿਆਂ ਸਿੱਧੇ ਰਸੋਈ 'ਚ। ਬੱਚੇ ਦਾ ਪਰੌਂਠਾ ਤਿਆਰ ਕਰਨਾ, ਕੁਝ ਕਰਨਾ, ਉਹਨਾਂ ਬਾਰੇ ਕੀ ਕਹੋਗੇ? ਫਿਰ ਕੱਲ ਕਲੇਸ਼।
सतगुर ने बचन कहे, धीए तू अमृत उठ के इशनान करना, बाणी पढ़नी है, फिर अगली गल याद रखनी, पत सेवक की सेवा सफली। पुत पिता दे घर रही है तो पिता की आग्या विच रही है, इस घर की शान ते शोभा वधाई है। हुण मेरे पुत तू एक ख्याल रखना, अज तो बाद पति की आग्या विच रहना, अज तो बाद पति की आग्या च रहना। जे पति कोल वक्त होवे वो कवे तां किते जाणे, जे उहदे कोल वक्त नहीं तां जिद नहीं करनी। जिद नाल घरां विच मसले विगड़ जांदे ने, बंदियां नूं बहुत टेंशनां कम हुंदे ने। साध संगत जो कवे अज नहीं कल चलांगे, तां धर्म पत्नी वो है जिहड़ी कवे सत वचन कल चल जांगे, अज जाण दी जिद ना करे। हजूर ने कहा हुण पति की आग्या च रहना, पुत उस घर की तू शान बनना जाके। अज तक प्यो दे पग की शान रही है। हजूर ने कहा पत सेवक की सेवा सफली, सब निफली, कुल की रीत चित में धरनी, सास ससुर की सेवा करनी। पुत सेवा करनी है सस सहुरे, मां प्यो जान के सेवा करनी, उन्होंने दे सामने उच्चा बोलना नहीं। ये गल याद रखनी है कि आए गए रिश्तेदार की इज्जत सत्कार करना हर एक दा। ये भी पातशाह ने बचन का, 6वें पातशाह बोले, कहने पुत्र कुल की रीत चित में धरनी, सास ससुर की सेवा करनी, गुरजन की इज्जत बहु करनी। इज्जत करनी है, उहदे नाल दो घरां दी शोभा वधेगी। एक जिहड़े घर विच नूंह आई है, लोग कहणगे इन्हां नूं बच्ची बहुत चंगी मिली है, उस घर की भी शोभा, ते जिहड़े घर चों आई है उस घर की भी शोभा। परत के फिर रिश्तेदार वो बच्ची नूं कहण लग पैंदे ने, पुत अपने रिश्तेदारी चों साडे भी बच्चे नूं कोई रिश्ता करा। क्यों? चंगे खानदान विचों बच्चा आया, चंगे गुण दिते ने किसी मां ने। भाई गुरदास साहब लिखते, नहर को कुहार कन्या लाडली के जानीयत, व्याहे ससुरार जाए गुनन कै मानी है। कहते भाई पेके घर तां लाडली हुंदी है धी, देर नाल उठे तां भी कोई नहीं। मां कह दिंदी है मेरी धी कल थक गई, सारा दिन सफाइयां कर दी, वो कह दिंदी लाडली है। कोई चीज़ टुट भज जाए तां की होया, धी लाडली है मां प्यो दी। दुध खराब हो जाए फिर की हो गया। साध संगत पेके घर विच लाड है ते सहुरे घर विच ये गल्लां औगण विच मन्नियां जांदियां ने। पेके घर विच देर नाल उठना लाड है, सहुरे घर विच देरी नाल उठना औगण मन्निया जांदा है। इस करके व्याहे ससुरार जाए गुणन कै मानी है। जदों सहुरे घर जाईदा उदों गुणा करके वडियाई हुंदी है। सो ये दाज 6वें पातशाह ने अपनी धी बीबी वीरो नूं दिता। इन्नी शोभा इन्ना माण धन बीबी वीरो ने खटिया। साध संगत परत के उन्होंने 3 पुत्र 10वें पातशाह दे नाल जंगां शहीद होए। 3-3 पीढ़ियां बीबी वीरो की सिक्खी चली। इस करके आप इस तरह अपने बच्चों नूं दाज देना, शुभ गुण सिखाने ने, चंगे गुण सिखाने ने, फिर आपां भी सुखी, अपने बच्चे भी सुखी। ये ठीक है, अज जिहड़ा युग चल रहा ना, मोबाइल का युग है। मोबाइल मनुख का अंग बन गया, इस तो बगैर नहीं सरदा, किसी का भी नहीं सर रहा। क्योंकि फैसिलिटी है बहुत वड्डी, कित्थे बंदा गया, की कर रहा, की काम है, मिनट च पुछीदा, चल पे हो शहरों, पहुँच गए हो, आ कुछ लैके आयो। ये बड़ी वड्डी फैसिलिटी है, बड़ी वड्डी सहूलत है। मोबाइल बंदे दे सुख वास्ते बनाया, बंदे ने बंदे वास्ते बनाया तां जो सुख सहूलत होवे। ये हर कदे कोल होना चाहिए। 18 साल तो उम्र घट है, बच्चों नूं ना दिओ इन्हां चीज़ां नूं, पर जदों वड्डे ने जॉबां करदे हर एक बंदे कोल होना चाहिए। अजकल तो 70 साल का बजुर्ग उहदे कोल भी मोबाइल है, काम कोई नहीं, वो खेतों वाल जांदा उहदे कोल भी मोबाइल। मोबाइल रखना माड़ा नहीं, पर साध संगत सब तो वध कलेश का कारण मोबाइल बनता है। जदों अपने धीआं बच्चों का विआह करो, इस गल का ख्याल रखो, बच्ची विआही जाए उहदे सहुरे घर विचों वो मोबाइल ते नंबर लैके देण, पिछले मोबाइल ते नंबर कदे भी नाल ना भेजो। ये गल दा भावें मैं कई बार कहना गुस्सा कर लें, नहीं, ये परिवारक तौर पर जरूरी है। पता क्यों?
ਬੂਟਾ ਨਵਾਂ ਨਵਾਂ ਲੱਗਾ ਹੋਵੇ ਨਾ ਗਮਲੇ ਵਿੱਚ ਤਾਂ ਉਹਦਾ ਖਿਆਲ ਰੱਖਣਾ ਪੈਂਦਾ ਹੈ। ਅਜੇ ਉਹਦੀ ਜੜ ਲੱਗੀ ਨਹੀਂ, ਦਰਖਤ ਲਾਉਂਦੇ ਹੋ ਤਾਂ ਟਰੀ ਗਾਰਡ ਲਾਉਣਾ ਪੈਂਦਾ ਹੈ। ਜਿੱਦਣ ਦਰਖਤ ਜੜ੍ਹਾਂ ਪਕੜ ਜਾਂਦਾ ਹੈ, ਗਾਰਡ ਦੀ ਜ਼ਰੂਰਤ ਨਹੀਂ ਪੈਂਦੀ। ਇਹ ਰਿਸ਼ਤੇ ਕੱਚੇ ਹੁੰਦੇ ਨੇ ਸੰਸਾਰ ਵਿੱਚ। ਸਾਧ ਸੰਗਤ ਇਹਦੀਆਂ ਜੜ੍ਹਾਂ ਜਦੋਂ ਲੱਗ ਜਾਣ, ਉਸ ਤੋਂ ਬਾਅਦ ਸੰਸਾਰ ਵਿੱਚ ਫਿਰ ਕੋਈ ਵੀ ਹਵਾ ਉਹ ਦਰਖਤ ਨੂੰ, ਉਸ ਰਿਸ਼ਤੇ ਨੂੰ ਤੋੜ ਨਹੀਂ ਸਕਦੀ। ਉਹ ਤੋਂ ਪਹਿਲਾਂ ਖਿਆਲ ਰੱਖਣਾ ਪੈਂਦਾ, ਉਹ ਤੋਂ ਪਹਿਲਾਂ ਧਿਆਨ ਰੱਖਣਾ ਪੈਂਦਾ। ਇਸ ਲਈ ਸਾਧ ਸੰਗਤ ਇਹ ਪੂਰੀ ਇਕਾਗਰਤਾ ਨਾਲ, ਪੂਰੇ ਧਿਆਨ ਦੇ ਨਾਲ, ਪੂਰੀ ਸਾਵਧਾਨਤਾ ਦੇ ਨਾਲ ਇਹ ਰਿਸ਼ਤੇ ਨਿਭਾਉਣੇ ਪੈਂਦੇ ਨੇ, ਫਿਰ ਨਿਭਦੇ ਨੇ। ਕਿਉਂਕਿ ਮੇਰਾ ਨਿੱਜੀ ਤਜਰਬਾ ਹੈ, ਸਾਡੇ ਨਾਲ ਲੋਕਾਂ ਦਾ ਸਿੱਧਾ ਸੰਪਰਕ ਰਹਿੰਦਾ। ਇੱਥੋਂ ਵੱਧ ਤੋਂ ਵੱਧ ਕਲੇਸ਼ ਪੈਦਾ ਹੁੰਦੇ ਨੇ। ਉਹ ਮੋਬਾਈਲ ਮਾਂ ਪਿਓ ਦਾ ਨਾਲ ਚਲਿਆ ਗਿਆ, ਹੁਣ ਕਿਸੇ ਦਾ ਵੀ ਫੋਨ ਆਵੇ, ਭੂਆ ਦਾ, ਮਾਸੀ ਦਾ, ਦੂਏ ਤੀਏ, ਇੱਥੋਂ ਤੱਕ ਕੰਪਨੀ ਵਾਲੇ ਦਾ ਫੋਨ ਆ ਜਾਏ, ਅੱਧੇ ਪਰਿਵਾਰ ਦੇ ਕੰਨ ਖੜੇ ਹੋ ਜਾਂਦੇ। ਇਹਨੂੰ ਬਹੁਤ ਫੋਨ ਆਉਂਦੇ ਨੇ, ਫਿਰ ਉਹ ਗੱਲ ਕਿਸੇ ਹੋਰ ਪਾਸੇ ਜਾਂਦੀ। ਸੋ ਉਹ ਤੋਂ ਬਾਅਦ ਇਹ ਹੋਣਾ ਚਾਹੀਦਾ, ਭਾਈ ਆਪਣਾ ਮੋਬਾਈਲ ਲੈ ਕੇ ਦਿਓ, ਨਵਾਂ ਨੰਬਰ ਲੈ ਕੇ ਦਿਓ। ਉਹ ਤਾਂ ਸਿੱਧਾ ਮਾਂ ਪਿਓ ਕੋਲ ਆਏ ਜਾਣੇ, ਜਿਹਦੇ ਕੋਲ ਜ਼ਰੂਰਤ ਹੋਏਗੀ ਆਪੇ ਫਿਰ ਮਾਂ ਪਿਓ ਤੱਕ, ਸਭ ਤੱਕ ਪਹੁੰਚ ਜਾਂਦਾ। ਇਹ ਇੱਕ ਤਰ੍ਹਾਂ ਦੀ ਰਿਸ਼ਤਿਆਂ ਦੀ ਮਜ਼ਬੂਤੀ ਲਈ ਸਾਵਧਾਨੀ ਹੈ। ਇਹ ਮੈਂ ਕਥਾ ਵਿੱਚ ਨਹੀਂ, ਆਪਣੇ ਪਰਿਵਾਰ ਕਰਕੇ ਕਿਹਾ, ਤਾਂ ਜੋ ਇਸ ਤਰੀਕੇ ਨਾਲ ਆਪਾਂ ਜੀਵਨ ਸੁਖੀ ਬਤੀਤ ਕਰੀਏ। ਸਾਡੇ ਕੋਲ ਸੈਂਕੜੇ ਇਸ ਤਰ੍ਹਾਂ ਦੇ ਲੋਕਾਂ ਦੇ ਸਵਾਲ ਆਉਂਦੇ ਨੇ ਜਿਹੜੇ ਇੱਥੋਂ ਕਹਾਣੀ ਵਿਗੜਦੀ।